अस्सलाम वालेकुम, मैं हूं आपका होस्ट मलिक सजाद। तो नाजरीन, आज हम हरबीत सिंह साहब के साथ हैं जो इंडिया से यहाँ पर तुर्की में आए, और आज इनसे पूछेंगे कि ये तुर्की में कैसे आए और यहाँ पर क्या काम करते हैं और कैसे इन्होंने वर्क परमिट लिया और कहाँ कहाँ पर काम किया। हाँ जी हरबीत सिंह जी, क्या हाल है? ठीक हो? ठीक ठाक है। सेहत अभी कैसी है? ठीक ठाक है। हरबीत सिंह पंजाबी बोलेंगे जी, और पंजाबी समझने वाले लोग जो है वो उर्दू समझने की भी कोशिश करें। अच्छा जी, तो कैसे आप यहाँ पर आए जी? मैं वर्क परमिਟ ਤੇ ਇੱਥੇ ਪਹੁੰਚਿਆ ਸੀ। ਹਵੇਲੀ ਮਨੀ ਇਸਤਾਨਬੁਲ 에ਅਰਪੋਰਟ ਆਪਣਾ ਡਰਾਈਵਰੀ ਦੇ ਤੌਰ ਤੇ ਆਏ ਸੀਗੇ ਵਰਕ ਪਰਮਿਟ। अच्छा, ਵਧੀਆ ਲੱਗਿਆ ਆ ਕੇ ਇੱਥੇ, ਜਾਨੀ ਵਰਕ ਪਰਮਿਟ ਕੰਮ ਕਾਰ ਵਧੀਆ ਜਾਨੀ ਚੱਲ ਰਿਹਾ ਸੀਗਾ। इंडिया तो वर्क परमिट किस तरह लगा? ਇੰਡੀਆ ਏਜੰਟ ਦੇ through ਸੀ? ਏਜੰਟ ਦੇ ਥਰੂ ਸੀ, ਜਾਨੀ ਵਿੱਚ ਰਿਸ਼ਤੇਦਾਰੀ 'ਚ ਸੀਗੇ ਆਪਣੇ ਜਾਣ ਪਛਾਣ, ਉਹਨਾਂ ਦੇ ਅੱਗੇ ਏਜੰਟ ਥਰੂ ਸੀਗੇ ਜਾਨੀ ठीक है। ਲੀਗਲ ਤਰੀਕੇ ਨਾਲ। ਤੇ ਪੈਸੇ ਦੇ ਕੇ ਵਰਕ ਪਰਮਿਟ ਲਿਆ ਤੁਸੀਂ ਕਿਤੇ? ਹਾਂਜੀ, ਪੈਸੇ ਦੇ ਕੇ ਲਿਆ ਸੀਗਾ। ਤਕਰੀਬਨ ਸਾਡਾ 3.5 ਲੱਖ ਖਰਚਾ ਆ ਗਿਆ ਸੀਗਾ। ਇੰਡੀਅਨ 3.5 ਲੱਖ? ਹਾਂਜੀ, ਇੰਡੀਅਨ 3.5 ਹਾਫ ਜਾਨੀ ਪਹਿਲਾਂ ਦਿੱਤੇ ਸੀਗੇ, ਹਾਫ ਵੀਜ਼ਾ ਲੱਗਣ ਤੋਂ ਬਾਅਦ ਦਿੱਤੇ। ਵੀਜ਼ਾ ਲੱਗਣ ਤੋਂ ਬਾਅਦ ਤੇ ਸੀ। ਠੀਕ ਹੋ ਗਿਆ। ਤੇ ਫਿਰ ਤੁਸੀਂ ਇੱਥੇ ਇਸਤਾਂਬੁਲ ਆਏ, ਤੇ ਇਸਤਾਂਬੁਲ ਆ ਕੇ ਡਾਇਰੈਕਟ ਕੰਪਨੀ ਜੁਆਇਨ ਕੀਤੀ ਤੁਸੀਂ? ਕਿਹੜੀ ਕੰਪਨੀ ਜੁਆਇਨ ਕੀਤੀ? ਅਸੀਂ ਹਵੇਲੀ ਮਨੀ ਇਸਤਾਨਬੁਲ 에ਅਰਪੋਰਟ ਸੀਗੇ, ਈਗਾ ਕੰਪਨੀ ਸੀ। ਈਗਾ ਕੰਪਨੀ, ਹਾਂਜੀ। ਤੇ ਡਾਇਰੈਕਟ 에ਅਰਪੋਰਟ ਤੋਂ ਸਾਨੂੰ ਲੈ ਕੇ ਗਏ ਸੀਗੇ। ਕੰਪਨੀ ਲੈ ਕੰਪਨੀ ਕੇ? ਜੀ, ਹਾਂਜੀ, ਕੰਪਨੀ ਦੇ ਓਨਰ ਲੈ ਕੇ ਗਏ ਸੀਗੇ ਆਪ। ਠੀਕ ਹੈ। ਤੇ ਉਹਨਾਂ ਆਪਣੀ ਰਿਹਾਇਸ਼ 'ਚ ਰੱਖਿਆ ਤੁਹਾਨੂੰ? ਹਾਂਜੀ, ਰਿਹਾਇਸ਼, ਖਾਣਾ ਪੀਣਾ ਸਭ ਚੀਜ਼ਾਂ ਕੰਪਨੀ ਵੱਲੋਂ ਸੀ। ਮੈਡੀਕਲ ਸਹੂਲਤ ਸੀਗੀ। ਪਹਿਲਾਂ ਟ੍ਰੇਨਿੰਗ ਲੱਗੀ ਸੀ ਸਾਡੀ 2 ਦਿਨ ਦੀ। ਤੀਸਰੇ ਦਿਨ ਟੈਸਟ ਹੋਇਆ ਸੀ, ਟੈਸਟ ਪਾਸ ਕੀਤਾ। ਉਸ ਤੋਂ ਬਾਅਦ ਉਹਨਾਂ ਨੇ ਜੋਬ ਸਟਾਰਟ ਕਰਤੀ ਸੀ, ਡਿਊਟੀ। ਡਰਾਈਵਰੀ ਤੁਹਾਨੂੰ ਲੱਗਾ? ਹਾਂਜੀ, ਡਰਾਈਵਰੀ ਤੇ ਸੀਗੇ। ਲਾਇਸੈਂਸ ਇੰਡੀਅਨ ਹੀ ਸੀਗਾ ਕਿਉਂਕਿ 에ਅਰਪੋਰਟ ਦੇ ਏਰੀਏ 'ਚ ਹੀ ਸੀਗੇ, ਹਾਂਜੀ। ਬਾਹਰ ਨਹੀਂ ਸੀ ਆਪਣਾ। ਠੀਕ ਠੀਕ। ਤੇ ਹੈਵੀ ਲਾਇਸੈਂਸ ਸੀਗਾ ਇੰਡੀਅਨ ਆਪਣਾ। ਤੇ ਵਧੀਆ ਜਿਹੜੀ 10 ਘੰਟੇ ਕੰਮ ਸੀਗਾ। ਖਾਣ ਪੀਣ ਕੰਪਨੀ ਵੱਲੋਂ ਸੀ, ਰਿਹਾਇਸ਼ ਕੰਪਨੀ ਵੱਲੋਂ ਸੀ, ਯਾਨੀ ਬਹੁਤ ਵਧੀਆ ਸੀ। ਠੀਕ ਠੀਕ। ਤੇ ਇਹ 에ਅਰਪੋਰਟ 'ਚ ਕੰਮ ਤੁਸੀਂ ਕੀਤਾ ਸਾਰਾ? ਹਾਂਜੀ, 에ਅਰਪੋਰਟ ਦੇ ਜਾਨੀ 에ਅਰਪੋਰਟ ਇੱਕ ਸਾਈਡ ਤੇ ਰਹਿ ਜਾਂਦਾ ਸੀ। ਇਹ ਰਨਵੇ ਬਣ ਰਹੇ ਸੀ ਉਸ ਅਸਲ 'ਚ। ਉੱਥੇ 2 ਰਨਵੇ ਰੈਡੀ ਸੀ ਤੇ ਬਾਕੀ ਰਨਵੇ ਉੱਥੇ ਤਿਆਰ ਹੋ ਰਹੇ ਸੀ। ਜਾਨੀ ਇੱਕ ਰਨਵੇ ਅਸੀਂ ਤਿਆਰ ਕੀਤਾ। ਤਨਖਾਹ ਕਿੰਨੀ ਸੀ ਤੁਹਾਡੀ ਉੱਥੇ? ਤਨਖਾਹ ਉੱਥੇ ਤਕਰੀਬਨ ਸਾਡੀ 3,250 ਜਾਨੀ ਪੈਂਦੀ ਸੀਗੀ। ਤਕਰੀਬਨ $500 ਬਣ ਜਾਂਦੀ ਸੀ? ਹਾਂਜੀ, $500 ਤੱਕ। $550। ਹਾਂਜੀ। ਤੇ ਇੰਸ਼ੋਰੈਂਸ ਤੁਹਾਡੇ ਵਿੱਚ ਕੰਪਨੀ ਕਰਾਉਂਦੀ ਸਾਰੀ? ਇੰਸ਼ੋਰੈਂਸ ਕੰਪਨੀ ਕਰਵਾਉਂਦੀ ਸੀ। ਰਿਹਾਇਸ਼ ਖਰਚਾ, ਰੋਟੀ ਪਾਣੀ ਖਰਚਾ ਸਭ ਖਾਣਾ ਪੀਣਾ ਕੰਪਨੀ ਦਾ ਸੀ? ਖਾਣਾ ਪੀਣਾ 4 ਟਾਈਮ ਕੰਪਨੀ ਦਾ ਸੀ। ਡਿਊਟੀ ਮਹੀਨਾ ਯਾਨੀ ਡੇ ਚੱਲਦੀ ਸੀ, ਮਹੀਨਾ ਨਾਈਟ ਚੱਲਦੀ ਸੀ। ਤੇ ਆਪਣਾ ਜਿਹੜਾ ਕਿ ਨਾ ਇਹ ਕੰਪਨੀ ਤਰਫੋਂ ਯਾਨੀ ਕਿ ਹੋਰ ਸਹੂਲਤਾਂ ਕੀ ਸੀ ਤੁਹਾਨੂੰ? ਹੋਰ ਸਹੂਲਤਾਂ ਮੈਡੀਕਲ ਸੀ, ਆਉਣ ਜਾਣ ਲਈ ਆਪਣਾ ਟਰੈਵਲ ਲਾਉਂਦੇ ਸੀਗੇ। ਬਾਹਰ ਛੁੱਟੀ ਹੁੰਦੀ ਸੀ ਜਾਣ ਆਉਣ ਲਈ। ਤਨਖਾਹ ਕਿਸ ਤਰ੍ਹਾਂ ਦਿੰਦੇ ਸੀ ਤੁਹਾਨੂੰ? ਤਨਖਾਹ ਅਕਾਊਂਟ ਦਿੰਦੇ ਸੀ। ਅਕਾਊਂਟ ਲਾਇਆ ਸੀ? ਅਕਾਊਂਟ ਬਣਵਾਏ ਸੀਗੇ, ਕੰਪਨੀ ਨੇ ਆਪ ਹੀ ਖੁਲਵਾਏ ਸੀ। ਤੇ ਕੰਪਨੀ ਅਕਾਊਂਟ ਜੀ 1 ਤੋਂ 10 ਤਰੀਕ ਦੇ ਵਿੱਚ ਜਾਨੀ ਟ੍ਰਾਂਸਫਰ ਟ੍ਰਾਂਸਫਰ ਹੋ ਜਾਂਦਾ ਸੀ? ਹਾਂਜੀ, ਆਟੋਮੈਟਿਕ। ਠੀਕ ਠੀਕ। ਅੱਛਾ, ਉਹ ਤੇ ਆਪਣਾ ਤੁਸੀਂ ਮਹਿਸੂਸ ਕੀਤਾ ਕਿ ਤੁਰਕੀ 'ਚ ਅਸੀਂ ਇੰਡੀਅਨ ਆ ਤੇ ਸਾਨੂੰ ਕੋਈ ਪ੍ਰੋਬਲਮ, ਕੋਈ ਗੱਲਬਾਤ, ਕੋਈ ਅੱਗੇ ਪਿੱਛੇ? ਨਹੀਂ, ਇੱਦਾਂ ਦੀ ਤਾਂ ਕੋਈ ਜਾਨੀ ਜ਼ਿਆਦਾ ਪ੍ਰੋਬਲਮ ਨਹੀਂ ਹੈ। ਜਿੱਦਾਂ ਕਹਿ ਦਈਏ ਵੀ ਉੱਦਾਂ ਹੁੰਦਾ ਸੀਗਾ ਵੀ ਇੰਡੀਅਨ ਕੋਈ ਜ਼ਿਆਦਾ ਨਹੀਂ ਮਿਲ ਰਹੇ। ਲੈਂਗੁਏਜ ਦੀ ਮੇਨ ਇੱਕ ਪ੍ਰੋਬਲਮ ਹੁੰਦੀ ਸੀ ਜ਼ਿਆਦਾਤਰ, ਕਿਉਂਕਿ ਇੰਗਲਿਸ਼ ਥੋੜ੍ਹੀ ਬਹੁਤੀ ਬੋਲ ਲੈਂਦੇ ਸੀਗੇ, ਬਟ ਇੱਥੇ ਤੁਰਕਿਸ਼ ਲੈਂਗੁਏਜ ਹੁੰਦੀ ਸੀਗੀ। ਤੇ ਬਾਕੀ ਅੱਗੇ ਗਾਈਡ ਕਰਨ ਵਾਲੇ ਜਾਨੀ ਵਧੀਆ ਸੀਗੇ, ਨੇਪਾਲ ਤੋਂ ਸੀਗੇ ਜਿਹੜੇ ਸਾਡੇ ਫੋਰਮੈਨ ਬਣਾਏ ਸੀਗੇ। ਹਾਂ, ਉਹ ਤੁਰਕੀ ਜਾਣਦੇ? ਜਾਨੀ ਤੁਰਕੀ ਜਾਣਦੇ ਸੀ। ਉਹ ਤੁਰਕੀ ਫੋਰਮੈਨ ਨਾਲ ਤੁਰਕੀ 'ਚ ਗੱਲ ਕਰਦੇ ਸੀ, ਸਾਡੇ ਨਾਲ ਜਾਨੀ ਪੰਜਾਬੀ 'ਚ ਜਾਂ ਹਿੰਦੀ 'ਚ ਗੱਲ ਕਰਦੇ। ਠੀਕ। ਪਾਕਿਸਤਾਨੀ ਵੀ ਕੰਪਨੀ ਵਿੱਚ ਹੈ? ਪਾਕਿਸਤਾਨੀ ਨਹੀਂ ਸੀ? ਨਹੀਂ। ਪਾਕਿਸਤਾਨੀ ਕੰਪਨੀ ਖਤਮ ਹੋ ਗਿਆ ਸੀ ਨਾ ਪਹਿਲਾਂ? ਟੋਟਲ ਤੁਸੀਂ ਕਿੰਨੇ ਬੰਦੇ ਆਏ ਸੋ ਇੰਡੀਆ ਤੋਂ? ਅਸੀਂ ਤਕਰੀਬਨ 10 ਦੇ ਕਰੀਬ ਆਏ ਸੀਗੇ। ਜਾਨੀ ਆਏ 2 ਪਹਿਲਾਂ ਆ ਗਏ ਸੀ, 3 ਬਾਅਦ ਆਏ, 2 ਫੇਰ ਆਏ। ਜਾਨੀ ਇੱਦਾਂ ਆਏ ਸੀ, ਮਹੀਨੇ ਦਾ ਗੈਪ ਸੀ ਵਿੱਚ। ਅੱਛਾ, ਜਦੋਂ ਤੁਸੀਂ ਆਏ ਤੁਹਾਡਾ ਕਿਹੜੀ ਕਮਿਊਨਿਟੀ ਦੇ ਨਾਲ ਤੁਹਾਨੂੰ ਪਾਕਿਸਤਾਨੀਆਂ ਦਾ, ਇੰਡੀਅਨ ਦਾ, ਬੰਗਾਲੀਆਂ ਦਾ, ਇੱਥੋਂ ਦੇ ਤੁਰਕਿਸ਼ ਦਾ, ਕਿਹਨਾਂ ਦਾ ਬਿਹੇਵੀਅਰ ਅੱਛਾ ਲੱਗਾ ਹੈ? ਬਿਹੇਵੀਅਰ ਦਾ ਤਕਰੀਬਨ ਸਭ ਦਾ ਹੀ ਵਧੀਆ ਲੱਗਿਆ, ਕਿਉਂਕਿ ਸਾਰੇ ਮਿਲ ਵਰਤਣ ਵਾਲੇ ਸੀਗੇ। ਲੈਂਗੁਏਜ ਦੀ ਪ੍ਰੋਬਲਮ ਜ਼ਰੂਰ ਪੈਂਦੀ ਸੀਗੀ, ਬਟ ਜਾਨੀ ਬਿਹੇਵੀਅਰ ਬਹੁਤ ਵਧੀਆ ਕਰਦੇ ਸੀ। ਜਾਨੀ ਬਹੁਤ ਵਧੀਆ ਲੱਗਿਆ ਆਪ ਨੂੰ ਵੀ ਮਿਲ ਵਰਤਨ, ਬੋਲ ਚਾਲ ਤੇ ਉੱਠਣੇ ਬੈਠਣੇ ਜਾਨੀ ਪਹਿਰਾਵਾ ਸਭ ਵਧੀਆ ਸੀਗਾ ਜੀ। ਇੱਦਾਂ ਕੋਈ ਪ੍ਰੋਬਲਮ। ਮੌਸਮ ਨਾਲ ਐਡਜਸਟਮੈਂਟ ਕੈਸੀ ਹੋਈ? ਮੌਸਮ ਦੀ ਐਡਜਸਟਮੈਂਟ ਤਾਂ ਜਾਨੀ ਥੋੜ੍ਹਾ ਬਹੁਤਾ ਪਹਿਲਾਂ ਮਹੀਨੇ 2 ਮਹੀਨੇ ਤਾਂ ਔਖੇ ਹੋਏ, ਉਸ ਤੋਂ ਬਾਅਦ ਜਾਨੀ ਫਿਰ ਵਧੀਆ ਲੱਗਣ ਲੱਗ ਗਿਆ। ਸਹੀ। ਅੱਛਾ, ਫਿਰ ਤੁਹਾਨੂੰ ਪ੍ਰੋਬਲਮ ਕੀ ਬਣੀ ਜਨਾਬ ਜਿਲੇ ਤੁਸੀਂ ਫਾਰਗ ਹੋਏ? ਕੀ ਮਸਲਾ ਬਣਿਆ, ਯਾਨੀ ਕਿਸ ਤਰ੍ਹਾਂ ਕੰਮ? ਇੱਦਾਂ ਸੀਗਾ ਵੀ ਆਪਣਾ ਸਾਲ ਦਾ ਕੰਟਰੈਕਟ ਸੀਗਾ। ਕੰਪਨੀ ਫਿਰ ਕਰੋਨਾ ਦਾ ਕਰਕੇ ਉਹਨਾਂ ਨੇ ਵਰਕ ਕਲੋਜ਼ ਕਰਤਾ। ਕੰਮ ਕਲੋਜ਼ ਕਰਤਾ? ਕੰਪਨੀ ਕੰਮ ਕਲੋਜ਼ ਕਰਤਾ? ਹਾਂਜੀ, ਕੰਮ ਬੰਦ ਕਰਤਾ ਕੰਪਨੀ ਨੇ। ਤੇ ਫਿਰ ਵਰਕ ਪਰਮਿਟ ਵੀ ਆਪਣਾ ਥੋੜਾ ਰਹਿ ਗਿਆ ਸੀਗਾ, ਠੀਕ ਹੈ। ਸਵਾ ਮਹੀਨੇ ਦਾ ਰਹਿ ਗਿਆ ਸੀ।
ਫਿਰ ਕੰਪਨੀ ਨਾਲ ਜਾਣੀ ਦੁਬਾਰਾ ਗੱਲਬਾਤ ਕੀਤੀ ਤਾਂ ਉਹਨਾਂ ਨੇ ਵਧਾਇਆ। ਤੁਹਾਨੂੰ ਇਹ ਤਾਂ ਨਹੀਂ ਕਿਹਾ ਕਿ ਹੁਣ ਵਰਕ ਪਰਮਿਟ ਖਤਮ ਹੋ ਗਿਆ ਤਾਂ ਜਾਓ ਆਪਣੇ ਮੁਲਕ ਜਾਓ, ਨਿਕਲ ਜਾਓ ਇੱਥੋਂ? ਨਹੀਂ, ਇਦਾਂ ਕੋਈ ਗੱਲ ਜਦ ਦੁਬਈ ਕਰਦੇ ਨੇ, ਸਊਦੀਆ ਕਰਦੇ ਨੇ, ਵੀ ਵੀਜ਼ਾ ਮੁੱਕਿਆ ਤੇ ਚੱਲ ਜਹਾਜ਼ ਤੇ ਪਾਇਆ ਤੇ ਨਿਕਲਦਾ ਹੋ। ਨਹੀਂ, ਇਦਾਂ ਕਿਸੇ ਨੇ ਨਹੀਂ ਜਾਣੀ ਸਾਨੂੰ ਕਿਹਾ। ਕਤਰ ਜਨਾ ਕਰਦੇ ਨੇ, ਕੁਵੈਤ ਕਰਦੇ ਨੇ। ਹਾਂਜੀ, ਇੱਥੇ ਕੋਈ ਪ੍ਰੋਬਲਮ ਨਹੀਂ, ਇੱਥੇ ਕੋਈ ਪ੍ਰੋਬਲਮ ਨਹੀਂ ਆਈ। ਉਹਨਾਂ ਕਾਰਡ ਤੇ ਅੱਲਾ ਦੇ ਵਾਲੇ ਹੋ ਗਏ। ਹਾਂਜੀ, ਵੀ ਤੁਸੀਂ ਕੰਪਨੀ ਇੱਕ ਵਾਰੀ ਛੱਡੋ, ਬਾਹਰ ਜਾਓ, ਬਾਹਰ ਤੁਹਾਨੂੰ ਗਾਈਡ ਕਰ ਦਿੰਦੇ ਆ ਵੀ ਅੱਗੇ ਕਿਸ ਤਰ੍ਹਾਂ ਕੀ ਕਰਨਾ ਕੀ ਨਹੀਂ ਕਰਨਾ। ਫਿਰ ਉਹਨੇ TRC ਦਾ ਕਹਿਤਾ ਸੀ ਸਾਨੂੰ, ਫਿਰ ਬਾਹਰ ਨਿਕਲੇ, TRC ਅਪਲਾਈ ਕੀਤੀ, ਚਲੋ TRC ਕਾਗਜ਼ ਆਏ, ਠੀਕ ਆ, ਹੁਣ ਇੱਥੇ ਰਹਿ ਰਹੇ ਆ, ਕੋਈ ਪ੍ਰੋਬਲਮ ਨਹੀਂ। TRC ਕਾਰਡ ਤੁਹਾਡਾ ਤੁਸੀਂ ਅਪਲਾਈ ਕੀਤਾ तो लग गया, प्रॉब्लम कोई ना बनी? कोई नहीं बनी है। हाँ, गवर्नमेंट का कानून भी नाज़रीन यही है कि जब आपका वर्क परमिट आपकी कंपनी ख़त्म कर दे तो ये नहीं कि अरब ममालिक की तरह कि आपको पाकिस्तान या अपनी कंट्री में इंडिया में वापस जाना पड़ेगा, वहाँ से दोबारा वीज़ा लेकर आना पड़ेगा। यहाँ ये कानून बहुत अच्छा है कि आपका वर्क परमिट अगर ऑनर के पास काम नहीं है तो आपको कार्ड देगा, आप जाकर कहीं और काम तलाश कर लें, या अपना जो है जो TRC है, जो शॉर्ट टर्म स्टे है, वो बनवा सकते हैं। ये बड़ा अच्छा कानून है और 1 साल का आपको टाइम मिल जाता है। उस एक साल में आप कोई और कंपनी ज्वाइन कर सकते हैं, एक और कंपनी में काम कर सकते हैं। अच्छा, तो उस तो बाद फिर तुम अपना घरे नौकरी करते हो? फिर हाँ जी, काम नॉर्मल जनी कर रहे हैं, तो ਅੱਗੇ ਹੁਣ ਵਰਕ ਪਰਮਿਟ ਦਾ ਸੋਚ ਰਹੇ ਹਾਂ ਵੀ ਵਰਕ ਪਰਮਿਟ ਦੁਬਾਰਾ ਲੈ ਲਈ, कंपनी ज्वाइन कर ली। देखते हो फिर, ठीक। तो नाजरीन, ये होता है वर्क परमिट कि जैसे वो उन्होंने कंपनी एयरपोर्ट से लिया और अपनी कंपनी में ले गए, उनको ट्रेनिंग दी, उनसे काम लिया, उनका कार्ड बनवा के दिया, सारी वो सहूलियात मैसर की जो एक वर्क परमिट में होनी चाहिए। तो जैसा कि पाकिस्तान में काफ़ी सारी कंट्री में, इंडिया में फ्रॉड चल रहे हैं कि वर्क परमिट है, वर्क परमिट होता है ये असल जो इन्होंने 1 साल काम किया, मुआहदे के ऊपर पूरा उतराए, हर महीने तनख्वाह उनके अकाउंट में डालेगी, मेडिकल फैसिलिटीज़ सहूलियात दी गई। और मैं आपको एक और बात यहाँ पर मेंशन करना चाहता हूँ कि TRC पर काम करना मना है। आप TRC पर काम नहीं कर सकते, किसी जगह पर TRC पर काम नहीं कर सकते। कानून बता रहा हूँ, गवर्नमेंट ना पूछे, वो गवर्नमेंट की मर्ज़ी। TRC पर काम करना मना। TRC का मतलब है कि शॉर्ट टर्म स्टे। आप इस पर रहकर कारोबार के बारे में सोच सकते हैं, कुछ जॉब के बारे में सोच सकते हैं, तलाश कर सकते हैं, और जैसे ही आप किसी जगह पर बैठकर काम करेंगे, आपके लिए वर्क परमिट लेना ज़रूरी है। काफ़ी सारे जो लोग हैं वो TRC को समझते हैं कि हमारे पास आ चुकी है और हम अभी काम कर सकते हैं, हमारे पास हर सहूलत मिल। आप TRC पे आप कहीं भी जा सकते हैं, पाकिस्तान या अपनी कंट्री इंडिया में जहाँ भी आप रहते हैं वहाँ पर आ जा आसानी से सकते हैं। छोटा मोटा जो सामान का काम करते हैं वो कर सकते हैं, लेकिन आप कहीं जहाँ पे काम नहीं कर सकते। TRC पर अगर आप कहीं काम करते हुए पकड़े जाएं तो कानून बता रहा हूँ, अब ये ना सोचें कि ये कह रहा है कि वाकई ऐसा होगा। कानून, तुर्की के कानून में जो है वो ये है कि अगर TRC के ऊपर बंदा को काम करता पकड़ा जाए तो उसको डिपोर्ट कर दिया जाए या उसकी TRC कैंसिल कर दी जाए, ठीक है जी। ये या वार्निंग देके छोड़ दिया जाए। गवर्नमेंट या जो उस मौका पर जो ऑफिसर मौजूद है उसकी मर्ज़ी के वो आपके साथ क्या सलूक करता है, या गोश इदारे के पास आपको पेश करते हैं या जहाँ भी पेश करते हैं। गोश इदारा अलग के महकमा इदारा है, और जो लेबर जो मिनिस्ट्री है वो अलग है, जिसको कहते हैं चालुश्मा इज़न, जो जहाँ से मिलता है, वर्क परमिट जहाँ से मिलता है, और ये दोनों में आपस में कंबाइन है। और आप अगर कहीं आपका जो TRC कार्ड, अगर काम करना है, आप बिज़नेस करना है, दुकान बनानी, कंपनी बनानी है, जो भी करना है, आपके लिए वर्क परमिट बहुत ज़रूरी है। और अगर ऐसा वर्क परमिट अगर ना लिया आपने तो आपको आपके जो TRC कार्ड है वो कैंसिल होने के चांस काफ़ी ज़्यादा हैं। तो हमें इजाज़त दीजिए कि आज हम हरबीर सिंह साहब के साथ हमने इंटरव्यू किया, इनसे बात की और इनके जो वर्क परमिट के बारे में पूछा। अभी ये TRC ले ली उन्होंने, फिर ये किसी कंपनी की वर्क परमिट की तलाश में है। तो हमें इजाज़त दीजिएगा नाज़रीन, हमें सब्सक्राइब करिए, लाइक कीजिए, शेयर कीजिए और अपनी दुआ में याद रखिए। अल्लाह हाफ़िज़।